ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੀ ਉਡਾਨ ਪੰਜਾਬੀ ਪੁਸਤਕ ਵਿੱਚੋਂ ਪਾਠ ਨੰਬਰ 22 ਸਵਾਮੀ ਵਿਵੇਕਾਨੰਦ ਜੀ। ਇਹ ਉਹਨਾਂ ਦੀ ਜੀਵਨੀ ਹੈ ਤੇ ਉਹਨਾਂ ਦੇ ਜੀਵਨ ਤੋਂ ਅਸੀਂ ਬਹੁਤ ਸਾਰੀ ਪ੍ਰੇਰਨਾ ਲੈ ਸਕਦੇ ਹਾਂ ਆਪਣੇ ਜੀਵਨ ਵਿੱਚ ਥੋੜ੍ਹੀ ਬਹੁਤ ਮਹਾਨਤਾ ਲਿਆਉਣ ਲਈ, ਕਿਉਂਕਿ ਸਾਡਾ ਸਮਾਜ ਜਿਹੜਾ ਹੈ ਬਹੁਤ ਸਾਰੇ ਅਨੇਕ ਮਹਾਂਪੁਰਸ਼ਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿੱਚ ਸਵਾਮੀ ਵਿਵੇਕਾਨੰਦ ਜੀ ਇੱਕ ਮਹਾਨ ਵਿਅਕਤੀ ਹੋਏ ਹਨ। ਆਓ ਪੜ੍ਹਦੇ ਹਾਂ ਉਹਨਾਂ ਦੀ ਜੀਵਨੀ। ਭਾਰਤ ਦੇ ਮਹਾਨ ਪੁਰਸ਼ਾਂ ਵਿੱਚ ਸਵਾਮੀ ਵਿਵੇਕਾਨੰਦ ਜੀ ਵੀ ਇੱਕ ਮਹਾਨ ਵਿਅਕਤੀ ਹੋਏ ਹਨ। ਸਵਾਮੀ ਵਿਵੇਕਾਨੰਦ ਜੀ ਦਾ ਜਨਮ ਕਲਕੱਤਾ, ਪੱਛਮੀ ਬੰਗਾਲ ਦੀ ਰਾਜਧਾਨੀ ਹੈ ਕਲਕੱਤਾ, ਬਹੁਤ ਵੱਡਾ ਸ਼ਹਿਰ ਹੈ, ਵਿੱਚ 12 ਜਨਵਰੀ 1863 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਜੀ ਸ਼੍ਰੀ ਵਿਸ਼ਵਨਾਥ ਦੱਤ ਕਲਕੱਤਾ ਦੇ ਇੱਕ ਨਾਮੀ ਵਕੀਲ, ਬਹੁਤ ਹੀ ਫੇਮਸ ਵਕੀਲ ਸਨ। ਉਹਨਾਂ ਦੀ ਮਾਤਾ ਦਾ ਨਾਂ ਭੁਵਨੇਸ਼ਵਰੀ ਸੀ ਤੇ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਵਿਸ਼ਵੇਸ਼ਵਰ, ਵਿਸ਼ਵਨਾਥ ਤੇ ਭੁਵਨੇਸ਼ਵਰੀ ਦੋਨਾਂ ਨੂੰ ਮਿਲਾ ਕੇ ਬਣਵਾਇਆ ਵਿਸ਼ਵੇਸ਼ਵਰ ਰੱਖਿਆ, ਪਰੰਤੂ ਬਾਅਦ ਵਿੱਚ ਵਿਸ਼ਵੇਸ਼ਵਰ ਦਾ ਨਾਮ ਬਦਲ ਕੇ ਨਰਿੰਦਰ ਨਾਥ ਦੱਤ ਰੱਖ ਦਿੱਤਾ ਗਿਆ। ਨਰਿੰਦਰ ਨਾਥ ਜਦੋਂ 5 ਸਾਲਾਂ ਦੇ ਹੋਏ ਤਾਂ ਉਹਨਾਂ ਦੀ ਸਿੱਖਿਆ ਆਰੰਭ ਹੋਈ, ਪਰੰਤੂ ਉਹ ਪੜ੍ਹੀ ਸੁਣੀ ਗੱਲ ਨੂੰ ਮੰਨਣ ਵਿੱਚ ਵਿਸ਼ਵਾਸ ਕਰਨ ਵਾਲੇ ਬਾਲਕ ਨਹੀਂ ਸਨ, ਬਲਕਿ ਉਹ ਲੌਜੀਕਲੀ ਹਰ ਚੀਜ਼ ਨੂੰ ਜਿਹੜਾ ਸੀ ਸੋਚ ਕੇ ਪਰਖ ਕੇ ਫਿਰ ਐਕਸੈਪਟ ਕਰਦੇ ਸਨ। ਨਰਿੰਦਰ ਨਾਥ ਨੇ ਕੇਵਲ ਮਨ ਮਸਤਕ ਨੂੰ ਹੀ ਤੰਦਰੁਸਤ ਨਹੀਂ ਬਣਾਇਆ, ਸਗੋਂ ਸਰੀਰਕ ਸ਼ਕਤੀ ਵਿੱਚ ਵੀ ਉਹਨਾਂ ਦੀ ਉਦਾਹਰਣ ਅੱਜ ਦੇ ਨਵਯੁਵਕਾਂ ਲਈ ਇੱਕ ਅਪਣਾਉਣ ਯੋਗ ਗੱਲ ਹੈ। ਕਾਲਜ ਦੀ ਸਿੱਖਿਆ ਵਿੱਚ ਨਰਿੰਦਰ ਨਾਥ ਦਾ ਅਤੀ ਪਿਆਰਾ ਵਿਸ਼ਾ ਜਿਹੜਾ ਸੀ ਦਰਸ਼ਨ ਸ਼ਾਸਤਰ ਸੀ। ਪੇਪਰਾਂ ਵਿੱਚ ਆ ਸਕਦਾ ਹੈ ਕਿ ਨਰਿੰਦਰ ਨਾਥ ਦੱਤ ਜਾਂ ਸਵਾਮੀ ਵਿਵੇਕਾਨੰਦ ਦਾ ਸਭ ਤੋਂ ਪਿਆਰਾ ਵਿਸ਼ੇ ਦਰਸ਼ਨ ਸ਼ਾਸਤਰ। FA ਦੀ ਪੜ੍ਹਾਈ ਦੇ ਦੌਰਾਨ ਵੀ ਉਹਨਾਂ ਨੇ ਕਈ ਤਰ੍ਹਾਂ ਦੀ ਦਾਰਸ਼ਨਿਕ ਪੁਸਤਕਾਂ ਪੜ੍ਹ ਲਈਆਂ ਸਨ। ਸੰਨ 1880 ਵਿੱਚ ਰਾਮਕ੍ਰਿਸ਼ਨ ਪਰਮਹੰਸ ਬਹੁਤ ਵੱਡੇ ਸੰਤ ਹੋਏ ਹਨ, ਉਹਨਾਂ ਨਾਲ ਭੇਟ ਹੋਈ। ਨਰਿੰਦਰ ਨੇ ਪਰਮਹੰਸ ਨੂੰ ਕੁਝ ਗੀਤ ਗਾ ਕੇ ਸੁਣਾਏ। ਉਹਨਾਂ ਗੀਤਾਂ ਤੋਂ ਪਰਮਹੰਸ ਬੜੇ ਖੁਸ਼ ਤੇ ਪ੍ਰਭਾਵਿਤ ਹੋਏ। ਜਾਂਦੇ ਜਾਂਦੇ ਉਹ ਨਰਿੰਦਰ ਨੂੰ ਆਪਣੇ ਮੰਦਰ ਦਕਸ਼ਿਨੇਸ਼ਵਰ ਆਉਣ ਲਈ ਕਹਿ ਗਏ। ਪਰਮਹੰਸ ਨਰਿੰਦਰ ਨੂੰ ਦੇਖਦਿਆਂ ਹੀ ਭਾਵੁਕ ਹੋ ਗਏ। ਪ੍ਰੇਮ ਨਾਲ ਭਰ ਕੇ ਨਰਿੰਦਰ ਦਾ ਹੱਥ ਪਕੜ ਲਿਆ ਤੇ ਕਹਿਣ ਲੱਗੇ, ਬਹੁਤ ਦੇਰ ਤੋਂ ਤੇਰੀ ਉਡੀਕ ਕਰ ਰਿਹਾ ਸਾਂ, ਤੂੰ ਹੀ ਇੱਕ ਸੱਚਾ ਤਿਆਗੀ ਹੈ। ਉਹਨਾਂ ਦੀ ਗੱਲਾਂ ਦਾ ਨਰਿੰਦਰ ਤੇ ਡੂੰਘਾ ਪ੍ਰਭਾਵ ਪਿਆ ਤੇ ਉਹਨਾਂ ਪਰਮਹੰਸ ਦਾ ਚੇਲਾ ਬਣਨਾ ਸਵੀਕਾਰ ਕਰ ਲਿਆ। ਸੰਨ 1888 ਵਿੱਚ ਸਵਾਮੀ ਜੀ ਨੇ ਆਪਣੇ ਲੋਕਾਂ ਵਿੱਚ ਸੰਪਰਕ ਪੈਦਾ ਕਰਨ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਬਹੁਤ ਸਾਰੀ ਯਾਤਰਾਵਾਂ ਕੀਤੀਆਂ ਹਨ ਤਾਂ ਕਿ ਲੋਕਾਂ ਨੂੰ ਚੰਗੇ ਰਾਹ 'ਤੇ ਲਿਆ ਸਕਣ, ਚੰਗੀ ਸਿੱਖਿਆ ਦੇ ਸਕਣ, ਤੇ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਗਿਆ ਸੀ। ਇਸੇ ਪ੍ਰਕਾਰ ਸਵਾਮੀ ਜੀ ਨੇ ਵੀ ਲੋਕਾਂ ਨਾਲ ਸੰਪਰਕ ਪੈਦਾ ਸੰਪਰਕ ਕਰਨ ਲਈ ਯਾਤਰਾਵਾਂ ਕੀਤੀਆਂ। 1888 ਵਿੱਚ ਬੰਬਈ ਤੋਂ ਪੂਨੇ ਦੀ ਯਾਤਰਾ, 1892 ਵਿੱਚ ਜਿੱਥੇ ਉਹਨਾਂ ਦੀ ਮੁਲਾਕਾਤ ਪ੍ਰਸਿੱਧ ਦੇਸ਼ ਭਗਤ ਲੋਕਮਾਨਯ ਤਿਲਕ ਨਾਲ ਹੋਈ। ਉਹ ਲਗਭਗ 10 ਦਿਨਾਂ ਤੱਕ ਤਿਲਕ ਜੀ ਦੇ ਮਹਿਮਾਨ ਬਣ ਕੇ ਰਹੇ, ਪਰੰਤੂ ਤਿਲਕ ਜੀ ਵੀ ਉਹਨਾਂ ਦਾ ਨਾਮ ਨਾ ਜਾਣ ਸਕੇ। ਅਮਰੀਕਾ ਵਿੱਚ ਉਹਨਾਂ ਦੀ ਵਿਸ਼ਵ ਵਿਖਿਆਤ ਸਫਲਤਾ ਤੋਂ ਬਾਅਦ ਜਦ ਉਹਨਾਂ ਦਾ ਨਾਮ ਦਾ ਡੰਕਾ ਸਾਰੇ ਸੰਸਾਰ ਵਿੱਚ ਗੂੰਜਿਆ ਤਾਂ ਲੋਕਮਾਨਯ ਜੀ ਨੂੰ ਪਤਾ ਲੱਗਾ ਕਿ ਜੋ ਸੰਨਿਆਸੀ ਉਹਨਾਂ ਦੇ ਘਰ ਬਿਨਾਂ ਨਾਮ ਪ੍ਰਗਟ ਕਰਕੇ ਰਿਹਾ ਉਹ ਸਵਾਮੀ ਵਿਵੇਕਾਨੰਦ ਹੀ ਹੈ। 1892 ਦਾ ਸਾਲ ਆਇਆ। ਸਵਾਮੀ ਜੀ ਸਮੁੱਚੇ ਸੰਸਾਰ ਵਿੱਚ ਚਮਕ ਉੱਠੇ। ਉਹਨਾਂ ਦੇ ਮਿੱਤਰ ਖੇਤਰੀ ਰਿਆਸਤ ਦੇ ਰਾਜਾ ਨੇ ਉਹਨਾਂ ਨੂੰ ਸਵਾਮੀ ਵਿਵੇਕਾਨੰਦ ਨਾਮ ਪ੍ਰਦਾਨ ਕੀਤਾ। ਇਹ ਬਹੁਤ ਜ਼ਿਆਦਾ ਡੀਪ ਕੁਐਸਚਨ ਹੈ ਕਿ ਸਵਾਮੀ ਵਿਵੇਕਾਨੰਦ ਜੀ ਨਾਮ ਸਵਾਮੀ ਵਿਵੇਕਾਨੰਦ ਨੂੰ ਕਿਸ ਨੇ ਦਿੱਤਾ। ਉਹਨਾਂ ਦੇ ਇੱਕ ਮਿੱਤਰ ਸਨ ਖੇਤਰੀ ਰਿਆਸਤ ਦੇ ਰਾਜਾ। ਇਸੇ ਨਾਮ ਨਾਲ ਉਹ ਸ਼ਿਕਾਗੋ ਵਿੱਚ ਹੋਣ ਵਾਲੇ ਸਰਵ ਧਰਮ ਸੰਮੇਲਨ ਵਿੱਚ ਸ਼ਾਮਿਲ ਹੋਏ ਤੇ ਇਸ ਸੰਮੇਲਨ ਵਿੱਚ ਸਾਰੇ ਧਰਮਾਂ ਦੇ ਪ੍ਰਤੀਨਿਧੀ, ਸ਼ਿਕਾਗੋ ਕਿਹੜੇ ਦੇਸ਼ ਵਿੱਚ ਹੈ? ਅਮਰੀਕਾ ਵਿੱਚ, ਆਪਣਾ ਧਰਮ ਸਿਧਾਂਤ ਲੈ ਕੇ ਪਹੁੰਚੇ। ਪਰੰਤੂ ਸਵਾਮੀ ਜੀ ਉਹ ਸਿਧਾਂਤ ਲੈ ਕੇ ਪਹੁੰਚੇ ਜੋ ਸਭ ਦਾ ਸੀ। ਜਦੋਂ ਸਵਾਮੀ ਜੀ ਸ਼ਿਕਾਗੋ ਪਹੁੰਚੇ ਤਾਂ ਬਿਲਕੁਲ ਇਕੱਲੇ, ਬੇਸਹਾਰਾ ਤੇ ਸੰਨਿਆਸੀ ਭੇਸ਼ ਵਿੱਚ ਸਨ, ਮਤਲਬ ਉਸ ਰੂਪ ਵਿੱਚ ਸਨ। ਜਦੋਂ ਸ਼੍ਰੀਮਤੀ ਜਾਰਜ ਹੇਲ
ਨਾਮ ਦੀ ਇੱਕ ਇਸਤਰੀ ਨੇ ਮਹਿਸੂਸ ਕੀਤਾ ਕਿ ਇਹ ਪੁਰਸ਼ ਕੋਈ ਦੇਵਤਾ ਹੈ, ਇਸ ਦੀ ਸ਼ਖਸੀਅਤ ਮਹਾਨ ਹੈ, ਤਾਂ ਉਸ ਨੂੰ ਇੱਕ ਸੰਨਿਆਸੀ ਦੇ ਤੇਜ ਭਰੇ ਚਿਹਰੇ ਤੋਂ ਇੱਕ ਖਾਸ ਨੂਰ ਦਿਖਾਈ ਦਿੱਤਾ। ਉਹ ਇੰਨੀ ਪ੍ਰਭਾਵਿਤ ਹੋਈ ਕਿ ਸੰਨਿਆਸੀ ਨਾਲ ਗੱਲ ਕਰਨ ਲਈ ਉੱਥੇ ਪਹੁੰਚ ਗਈ। ਇਸ ਔਰਤ ਨੇ ਸਵਾਮੀ ਜੀ ਨੂੰ ਸਰਵ ਧਰਮ ਸੰਮੇਲਨ ਦੇ ਮੰਚ ਤੱਕ ਪਹੁੰਚਾਇਆ। ਸੰਮੇਲਨ ਵਿੱਚ ਭਾਸ਼ਣ ਸੁਣਦੇ ਜਦ ਸਾਰੇ ਸਰੋਤੇ ਉਕਤਾ ਗਏ ਮਤਲਬ ਬੋਰ ਹੋ ਗਏ, ਤਾਂ ਸਵਾਮੀ ਵਿਵੇਕਾਨੰਦ ਦੀ ਸਵਾਰੀ ਆਈ। ਸਵਾਮੀ ਜੀ ਨੇ ਮੰਚ ਉੱਤੇ ਆਉਂਦਿਆਂ ਹੀ ਉੱਥੇ ਹਾਜ਼ਰ ਸਾਰੀ ਜਨਤਾ ਪਤਾ ਨਹੀਂ ਕਿਸ ਰਹੱਸਮਈ ਜਾਦੂ ਨਾਲ ਕਿੱਲੀ ਗਈ ਮਤਲਬ ਵਸ਼ ਵਿੱਚ ਹੋ ਗਈ। ਜਦੋਂ ਸਵਾਮੀ ਜੀ ਨੇ ਆਪਣੀ ਗੰਭੀਰ ਬਾਣੀ ਵਿੱਚ ਕਿਹਾ, ਅਮਰੀਕਾ ਦੇ ਭੈਣੋ ਅਤੇ ਭਰਾਵੋ, ਤਾਂ ਸੁਣਨ ਵਾਲੇ ਮੋਹੇ ਗਏ। ਪੂਰੇ 2 ਮਿੰਟ ਸਵਾਮੀ ਜੀ ਦੇ ਇਹਨਾਂ ਸ਼ਬਦਾਂ ਉੱਤੇ ਤਾੜੀਆਂ ਵੱਜਦੀਆਂ ਰਹੀਆਂ। ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿ ਸਵਾਮੀ ਜੀ ਦਾ ਬਾਣੀ ਵਿੱਚ ਕੁਝ ਅਜਿਹੀ ਸੱਚਾਈ ਸੀ ਕਿ ਅਮਰੀਕਾ ਦੀ ਜਨਤਾ ਨੂੰ ਇਹ ਅਨੁਭਵ ਹੋ ਗਿਆ ਕਿ ਉਹਨਾਂ ਨੇ ਕੇਵਲ ਰਸਮੀ ਤੌਰ 'ਤੇ ਅਜਿਹਾ ਨਹੀਂ ਕਿਹਾ, ਸਗੋਂ ਸੱਚਮੁੱਚ ਉਹਨਾਂ ਨੂੰ ਭੈਣ ਤੇ ਭਰਾ ਮੰਨ ਰਹੇ ਹਨ। ਭੈਣ ਤੇ ਭਾਈ ਦੇ ਸੰਬੰਧਾਂ ਦੇ ਸੱਚੇ ਰੂਪ ਦਾ ਗਿਆਨ ਅਮਰੀਕਾ ਦੇ ਨਿਵਾਸੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਵਚਨ ਸੁਣ ਕੇ ਹੀ ਹੋਇਆ। ਸਵਾਮੀ ਵਿਵੇਕਾਨੰਦ ਸਮਾਜ ਦੇ ਸੱਚੇ ਸੇਵਕ ਸਨ। ਉਹਨਾਂ ਨੂੰ ਆਪਣੀ ਮੁਕਤੀ ਦੀ ਚਿੰਤਾ ਨਹੀਂ ਸੀ। ਉਹ ਤਾਂ ਹਰ ਵਿਅਕਤੀ ਨੂੰ ਮੁਕਤ ਕਰਾਉਣ ਦਾ ਸੰਕਲਪ ਲੈ ਕੇ ਚੱਲੇ ਸਨ। ਇਸ ਲਈ ਉਹ ਉੱਤਮ ਆਚਾਰ ਵਿਵਹਾਰ ਨੂੰ ਆਪਣੇ ਜੀਵਨ ਵਿੱਚ ਉਤਾਰਨ ਵਾਲੇ ਮਹਾਂਪੁਰਸ਼ ਸਨ। ਉਹ ਮੰਨਦੇ ਸਨ ਕਿ ਮਨੁੱਖ ਦਾ ਧਰਮ ਰਸੋਈ ਘਰ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਖਾਣ ਪੀਣ ਦੀ ਵਸਤੂਆਂ ਨੂੰ ਛੂਹਣ ਨਾਲ ਭੰਗ ਹੋਣ ਵਾਲਾ ਧਰਮ ਨਹੀਂ ਹੁੰਦਾ। ਸਵਾਮੀ ਵਿਵੇਕਾਨੰਦ ਕੇਵਲ ਅਜਿਹੇ ਸੰਨਿਆਸੀ ਸਨ ਜਿਸ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਭਰੀ ਹੋਈ ਸੀ। ਧਰਮ ਨੂੰ ਰਾਸ਼ਟਰੀ ਵਿਚਾਰਾਂ ਦੇ ਨਾਲ ਮਿਲਾ ਕੇ ਰੱਖਣ ਵਾਲਿਆਂ ਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਦੇ ਵਿਕਾਸ ਵਿੱਚ ਰੁਕਾਵਟ ਨਾ ਪੈਦਾ ਕਰਨ ਵਾਲਿਆਂ ਵਿੱਚ ਸਵਾਮੀ ਵਿਵੇਕਾਨੰਦ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਸਵਾਮੀ ਜੀ ਲਈ ਨੌਜਵਾਨਾਂ ਲਈ ਸਵਾਮੀ ਜੀ ਦਾ ਕਹਿਣਾ ਸੀ, ਤੁਸੀਂ ਕੇਵਲ ਸਵਰਗ ਤੋਂ ਵੀ ਮਹਾਨ ਜਨਨੀ ਜਨਮ ਭੂਮੀ ਦੀ ਆਰਾਧਨਾ ਕਰੋ, ਮਤਲਬ ਆਪਣੀ ਮਾਤਰ ਭੂਮੀ ਦੀ ਸੇਵਾ ਕਰੋ, ਪੂਜਾ ਕਰੋ। ਇਹਨਾਂ ਗੱਲਾਂ ਵਿੱਚ ਦੂਜੇ ਦੇਵਤਿਆਂ ਨੂੰ ਭੁੱਲ ਜਾਣ ਵਿੱਚ ਵੀ ਕੋਈ ਹਰਜ ਨਹੀਂ। ਜੇਕਰ ਅਸੀਂ ਆਪਣੀ ਮਾਤਰ ਭੂਮੀ ਦੀ ਪੂਜਾ ਕਰਦੇ ਹੋਏ ਕਿਸੇ ਦੂਜੇ ਦੇਵਤਿਆਂ ਨੂੰ ਭੁੱਲ ਜਾਂਦੇ ਹਾਂ ਤਾਂ ਕੋਈ ਮਾੜੀ ਗੱਲ ਨਹੀਂ ਹੈ। ਦੂਜੇ ਦੇਵਤੇ ਸੋ ਰਹੇ ਹਨ। ਇਸ ਵਕਤ ਤੁਹਾਡਾ ਦੇਵਤਾ ਇੱਕ ਹੀ ਹੈ, ਤੁਹਾਡਾ ਰਾਸ਼ਟਰ, ਤੁਹਾਡਾ ਪਿਆਰਾ ਦੇਸ਼। ਮੇਰੇ ਬਹਾਦਰ ਬੱਚਿਓ, ਤੁਸੀਂ ਸਭ ਵੱਡੇ ਕੰਮ ਕਰਨ ਲਈ ਪੈਦਾ ਹੋਏ ਹੋ। ਤੁਹਾਡੇ ਮੁਲਕ ਨੂੰ ਜ਼ਰੂਰਤ ਹੈ ਬਹਾਦਰੀ ਦੀ। ਬਹਾਦਰ ਬਣੋ, ਚੱਟਾਨ ਵਾਂਗੂ ਮਜ਼ਬੂਤ ਹੋ ਕੇ, ਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਹਿੰਦੁਸਤਾਨ ਨੂੰ ਜ਼ਰੂਰਤ ਹੈ ਨਵੀਂ ਬਿਜਲੀ ਦੀ ਅੱਗ ਦੀ, ਜਿਹੜੀ ਕੌਮੀ ਨਸਲਾਂ ਵਿੱਚ ਤਾਜ਼ੀ ਤਾਕਤ ਭਰ ਦੇਵੇ। ਇਨਸਾਨ ਸਿਰਫ ਇੱਕੋ ਵਾਰ ਮਰਦਾ ਹੈ, ਪਰ ਮੈਂ ਬੁਜ਼ਦਿਲੀ ਨੂੰ ਨਫ਼ਰਤ ਕਰਦਾ ਹਾਂ। ਧੋਖੇ ਨਾਲ ਕੋਈ ਵੱਡਾ ਕੰਮ ਨਹੀਂ ਹੋ ਸਕਦਾ। ਪਿਆਰ, ਸੱਚਾਈ ਦੀ ਭਾਵਨਾ, ਅਥਾਹ ਸ਼ਕਤੀ ਨਾਲ ਵੱਡੇ ਤੋਂ ਵੱਡੇ ਕੰਮ ਵੀ ਨੇਪਰੇ ਚੜ੍ਹ ਜਾਂਦੇ ਹਨ। ਨੇਪਰੇ ਮਤਲਬ ਹੁੰਦਾ ਪੂਰੇ ਹੋ ਜਾਂਦੇ ਹਨ। ਹਰ ਪੁਰਸ਼ ਤੇ ਹਰ ਇਸਤਰੀ ਨੂੰ ਭਗਵਾਨ ਦਾ ਸਵਰੂਪ ਹੀ ਸਮਝੋ। ਉਸ ਤੋਂ ਬਾਅਦ ਹੈ, ਮੈਂ ਪੂਜਾ ਪਾਠ ਨਾਲੋਂ ਵੀ ਵਧੇਰੇ ਫੁੱਟਬਾਲ ਖੇਡਣਾ ਪਸੰਦ ਕਰਦਾ ਹਾਂ। ਦੂਜਿਆਂ ਵਿੱਚ ਬੁਰਾਈ ਨਾ ਦੇਖੋ, ਉਹਨਾਂ ਦੀ ਚੰਗਿਆਈ ਵੇਖੋ। ਦੂਜੇ ਕੰਮ, ਵੱਡੇ ਕੰਮ ਕੇਵਲ ਕੁਰਬਾਨੀ ਨਾਲ ਹੀ ਕੀਤੇ ਜਾ ਸਕਦੇ ਹਨ। ਕੁਝ ਵੀ ਨਾ ਮੰਗੋ, ਬਦਲੇ ਵਿੱਚ ਕਿਸੇ ਚੀਜ਼ ਦੀ ਇੱਛਾ ਨਾ ਰੱਖੋ। ਹਿੰਦੁਸਤਾਨ ਨੂੰ ਜ਼ਰੂਰਤ ਹੈ ਘੱਟੋ ਘੱਟ 1000 ਨੌਜਵਾਨਾਂ ਦੀ ਕੁਰਬਾਨੀ ਦੀ, ਨਾ ਕਿ ਪਸ਼ੂਆਂ ਦੀ। ਧਰਮ ਬਾਰੇ ਝਗੜਾ ਨਾ ਕਰੋ। ਇਸ ਗੱਲ 'ਤੇ ਮਾਣ ਕਰੋ ਕਿ ਤੁਸੀਂ ਹਿੰਦੁਸਤਾਨੀ ਹੋ। ਮਾਣ ਨਾਲ ਕਹੋ, ਮੈਂ ਹਿੰਦੁਸਤਾਨੀ ਹਾਂ ਤੇ ਹਰ ਹਿੰਦੁਸਤਾਨੀ ਮੇਰਾ ਭਰਾ ਹੈ। ਆਪਣੇ ਗੁਰੂ ਭਾਈਆਂ ਦੇ ਨਾਲ ਉਹ ਸਾਰੇ ਦੇਸ਼ ਵਿੱਚ ਅਗਨੀ ਦੀ ਤਰ੍ਹਾਂ ਫੈਲ ਜਾਣ ਲਈ ਕਹਿੰਦੇ ਸਨ। ਦੇਸ਼ ਦਾ ਦਰਿੱਦਰ ਦੂਰ ਕਰਨਾ ਤੇ ਉਸ ਵਿੱਚ ਨਵੀਂ ਚੇਤਨਾ ਭਰਨਾ ਹੀ ਸਵਾਮੀ ਜੀ ਦੇ ਜੀਵਨ ਦਾ ਉਦੇਸ਼ ਸੀ। 4 ਸਾਲ ਦੀ ਵਿਦੇਸ਼ ਯਾਤਰਾ ਵਿੱਚ ਸਵਾਮੀ ਜੀ ਨੇ ਅਨੇਕ ਵਿਦੇਸ਼ੀਆਂ ਨੂੰ ਆਪਣਾ ਸ਼ਿਸ਼ ਮਤਲਬ ਆਪਣਾ ਸਟੂਡੈਂਟ ਬਣਾਇਆ। ਵਿਦੇਸ਼ ਤੋਂ ਵਾਪਸ ਆ ਕੇ ਸਵਾਮੀ ਜੀ ਨੇ ਆਪਣੇ ਪ੍ਰਚਾਰ ਕਾਰਜ ਨੂੰ ਸੰਗਠਿਤ ਕਰਨ ਦਾ ਵਿਚਾਰ ਕੀਤਾ। ਸਿੱਟੇ ਵਜੋਂ ਆਪ ਨੇ ਮਈ 1897 ਨੂੰ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਮਨੁੱਖ ਦੀ ਸਰੀਰਕ, ਮਾਨਸਿਕ ਤੇ ਆਤਮਿਕ ਉੱਨਤੀ ਹੀ ਇਸ ਮਿਸ਼ਨ ਦਾ ਉਦੇਸ਼ ਸੀ। ਅੱਜ ਇਹ ਮਿਸ਼ਨ ਭਾਰਤ ਵਿੱਚ ਵੀ
ਕੰਮ ਕਰਦਾ ਹੈ ਤੇ ਵਿਦੇਸ਼ਾਂ ਵਿੱਚ ਵੀ। ਇਸ ਦੀ ਸਥਾਪਨਾ ਮਨੁੱਖਤਾ ਦੇ ਲਈ ਸਵਾਮੀ ਜੀ ਦੀ ਵੱਡੀ ਦੇਣ ਹੈ। ਸੰਸਾਰ ਨੂੰ ਇੱਕ ਉੱਚਾ ਤੇ ਸੁੱਚਾ ਸੰਦੇਸ਼ ਦੇ ਕੇ ਆਪ ਕੇਵਲ 39 ਸਾਲ ਦੀ ਉਮਰ ਵਿੱਚ 4 ਜੁਲਾਈ 1902 ਈਸਵੀ ਨੂੰ ਰਾਤ ਦੇ 9 ਵਜੇ ਪਰਲੋਕ ਸਿਧਾਰ ਗਏ ਤੇ ਆਪਣੀ ਅਮਿੱਟ ਛਾਪ, ਮਤਲਬ ਕਦੇ ਨਾ ਮਿਟਣ ਵਾਲੀ ਛਾਪ ਲੋਕਾਂ ਦੇ ਮਨਾਂ ਵਿੱਚ ਛੱਡ ਗਏ। ਅੱਜ ਵੀ ਲੋਕ ਬੜੇ ਹੀ ਚਾਅ ਨਾਲ ਸਵਾਮੀ ਜੀ ਦਾ ਨਾਂ ਲੈਂਦੇ ਹਨ। ਫਿਰ ਨੇ ਔਖੇ ਸ਼ਬਦ। ਸਭ ਤੋਂ ਪਹਿਲਾਂ ਹੈ ਦਰਸ਼ਨ। ਦਰਸ਼ਨ ਦਾ ਅਰਥ ਹੈ ਫਿਲਾਸਫੀ। ਤਿਆਗੀ ਮਤਲਬ ਜਿਸਨੇ ਦੁਨੀਆ ਛੱਡ ਦਿੱਤੀ ਹੋਵੇ। ਡੰਕਾ ਸ਼ੋਹਰਤ ਮਿਲਣੀ। ਰਿਆਸਤ ਮਤਲਬ ਛੋਟਾ ਰਾਜ ਜਾਂ ਸੂਬਾ। ਪ੍ਰਧਾਨ ਮਤਲਬ ਦੇਣਾ। ਪ੍ਰਤੀਨਿਧੀ ਕਿਸੇ ਸਮੂਹ ਦੀ ਥਾਂ ਜਾਣ ਵਾਲਾ, ਮਤਲਬ ਪੂਰੇ ਸਾਰੇ ਲੋਕ ਨਾ ਜਾਣ ਬਲਕਿ ਉਹਨਾਂ ਵੱਲੋਂ ਇੱਕ ਵਿਅਕਤੀ ਚਲਾ ਜਾਵੇ। ਸਿਧਾਂਤ ਵਿਚਾਰ। ਸ਼ਖਸੀਅਤ ਵਿਅਕਤੀਤਵ। ਉਸ ਤੋਂ ਬਾਅਦ ਹੈ ਉਕਤਾਉਣਾ, ਪਰੇਸ਼ਾਨ ਹੋਣਾ। ਰਹੱਸਮਈ, ਭੇਦ ਭਰਿਆ, ਰਸਮੀ, ਬਿਨਾਂ ਕਿਸੇ ਮੋਹ ਤੋਂ ਜਿਹੜਾ ਕੰਮ ਕੀਤਾ ਜਾਵੇ। ਫਿਰ ਹੈ ਮੁਕਤੀ, ਆਜ਼ਾਦੀ, ਦਰਿਦਰ, ਗਰੀਬੀ ਤੇ ਚੇਤਨਾ, ਸਮਝਦਾਰੀ। ਹੁਣ ਪ੍ਰਸ਼ਨ ਉੱਤਰ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ ਸਵਾਮੀ ਵਿਵੇਕਾਨੰਦ ਦੇ ਜਨਮ ਤੇ ਮਾਤਾ ਪਿਤਾ ਬਾਰੇ ਦੱਸੋ। ਤਾਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ 1863 ਨੂੰ ਕਲਕੱਤੇ ਵਿਖੇ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਕਲਕੱਤਾ ਦੇ ਨਾਮੀ ਵਕੀਲ ਸਨ ਤੇ ਉਹਨਾਂ ਦੀ ਮਾਤਾ ਦਾ ਨਾਮ ਭੁਵਨੇਸ਼ਵਰੀ ਦੇਵੀ ਸੀ। ਨੈਕਸਟ ਕੁਐਸਚਨ ਹੈ ਸਵਾਮੀ ਵਿਵੇਕਾਨੰਦ ਦੀ ਅਮਰੀਕਾ ਯਾਤਰਾ। 1892 ਨੂੰ ਸਵਾਮੀ ਵਿਵੇਕਾਨੰਦ ਸ਼ਿਕਾਗੋ, ਅਮਰੀਕਾ ਵਿੱਚ ਸਰਵ ਧਰਮ ਸੰਮੇਲਨ ਵਿੱਚ ਭਾਗ ਲੈਣ ਲਈ ਗਏ। ਇਸ ਸੰਮੇਲਨ ਵਿੱਚ ਸਾਰੇ ਧਰਮਾਂ ਦੇ ਪ੍ਰਤੀਨਿਧੀ ਆਪਣੇ ਆਪਣੇ ਸਿਧਾਂਤ ਲੈ ਕੇ ਪਹੁੰਚੇ, ਪਰੰਤੂ ਸਵਾਮੀ ਜੀ ਉਹ ਸਿਧਾਂਤ ਲੈ ਕੇ ਗਏ ਜੋ ਸਭ ਦਾ ਸੀ ਜਾਂ ਸਾਰਿਆਂ ਦਾ ਸੀ। ਇੱਕ ਇਸਤਰੀ ਜਾਰਜ ਹੇਲ ਨਾਮ ਦੀ ਨੇ ਸਵਾਮੀ ਜੀ ਨੂੰ ਸਰਵ ਧਰਮ ਸੰਮੇਲਨ ਦੇ ਮੰਚ ਤੱਕ ਪਹੁੰਚਾਇਆ। ਸੰਮੇਲਨ ਵਿੱਚ ਭਾਸ਼ਣ ਸੁਣਦੇ ਉਕਤਾ ਚੁੱਕੇ ਲੋਕਾਂ ਨੇ ਜਦੋਂ ਸਵਾਮੀ ਵਿਵੇਕਾਨੰਦ ਦੇ ਵਿਚਾਰ ਸੁਣੇ ਤਾਂ ਸਾਰਾ ਹਾਲ ਤਾੜੀਆਂ ਨਾਲ ਗੜਗੜਾ ਉੱਠਿਆ। ਭੈਣ ਤੇ ਭਾਈ ਦੇ ਸੰਬੰਧਾਂ ਦੇ ਸੱਚੇ ਰੂਪ ਦਾ ਗਿਆਨ ਅਮਰੀਕਾ ਦੇ ਲੋਕਾਂ ਨੂੰ ਸਵਾਮੀ ਜੀ ਦੇ ਬਚਨ ਸੁਣ ਕੇ ਹੀ ਹੋਇਆ। ਉਸ ਤੋਂ ਬਾਅਦ ਹੈ ਨੌਜਵਾਨਾਂ ਲਈ ਸਵਾਮੀ ਵਿਵੇਕਾਨੰਦ ਜੀ ਦੇ ਕੀ ਪ੍ਰੇਰਨਾ ਸੀ। ਸਵਾਮੀ ਵਿਵੇਕਾਨੰਦ ਜੀ ਅਜਿਹੇ ਸੰਨਿਆਸੀ ਸਨ ਜਿਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਭਰੀ ਹੋਈ ਸੀ। ਨੌਜਵਾਨਾਂ ਲਈ ਉਹਨਾਂ ਦਾ ਕਹਿਣਾ ਸੀ ਕਿ ਕੇਵਲ ਸਵਰਗ ਤੋਂ ਮਹਾਨ ਜਨਮ ਭੂਮੀ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ। ਇਹਨਾਂ ਗੱਲਾਂ ਵਿੱਚ ਦੂਜੇ ਦੇਵਤਿਆਂ ਨੂੰ ਭੁੱਲ ਜਾਣਾ ਕੋਈ ਹਰਜ ਨਹੀਂ। ਇਸ ਵਕਤ ਉਹਨਾਂ ਦਾ ਇੱਕ ਹੀ ਦੇਵਤਾ ਹੈ, ਉਹ ਹੈ ਉਹਨਾਂ ਦਾ ਰਾਸ਼ਟਰ। ਨੌਜਵਾਨ ਵੱਡੇ ਕੰਮ ਕਰਨ ਲਈ ਪੈਦਾ ਹੋਏ ਹਨ। ਉਹਨਾਂ ਨੂੰ ਚੱਟਾਨ ਵਾਂਗ ਖੜਾ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਹਿੰਦੁਸਤਾਨ ਨੂੰ ਨੌਜਵਾਨਾਂ ਦੀ ਲੋੜ ਹੈ, ਨਾ ਕਿ ਪਸ਼ੂਆਂ ਦੀ। ਨੌਜਵਾਨਾਂ ਨੂੰ ਹਰ ਪੁਰਸ਼ ਤੇ ਇਸਤਰੀ ਨੂੰ ਭਗਵਾਨ ਸਮਝਣਾ ਚਾਹੀਦਾ ਹੈ ਤੇ ਧਰਮ ਦੇ ਨਾਂ ਤੇ ਕਦੇ ਨਹੀਂ ਲੜਨਾ ਚਾਹੀਦਾ। ਨੈਕਸਟ ਹੈ ਸਵਾਮੀ ਵਿਵੇਕਾਨੰਦ ਜੀ ਦੇ 3 ਵਿਚਾਰ। ਸਵਾਮੀ ਜੀ ਦੇ 3 ਵਿਚਾਰ ਸਨ। ਕੇਵਲ ਸਵਰਗ ਤੋਂ ਹੀ ਮਹਾਨ ਜਨਮ ਭੂਮੀ ਦੀ ਆਰਾਧਨਾ ਕਰਨੀ ਚਾਹੀਦੀ ਹੈ। ਇਸ ਵੇਲੇ ਸਾਡਾ ਇੱਕ ਹੀ ਦੇਵਤਾ ਹੈ, ਸਾਡਾ ਰਾਸ਼ਟਰ। ਦੂਜਾ ਹੈ ਧੋਖੇ ਨਾਲ ਕੋਈ ਵੱਡਾ ਕੰਮ ਨਹੀਂ ਹੋ ਸਕਦਾ। ਪਿਆਰ, ਸੱਚਾਈ ਤੇ ਭਾਵਨਾ ਤੇ ਕੁਰਬਾਨੀ ਨਾਲ ਹੀ ਵੱਡੇ ਕੰਮ ਨੇਪਰੇ ਚੜ੍ਹਦੇ ਹਨ। ਦੂਜਿਆਂ ਦੀ ਬੁਰਾਈ ਨਾ ਕਰੋ, ਦੂਜਿਆਂ ਵਿੱਚ ਚੰਗਿਆਈ ਲੱਭੋ। ਇਹ ਸਵਾਮੀ ਵਿਵੇਕਾਨੰਦ ਜੀ 3 ਬਹੁਤ ਹੀ ਮਹਾਨ ਵਿਚਾਰ ਸਨ। ਨੈਕਸਟ ਹੈ ਸਵਾਮੀ ਵਿਵੇਕਾਨੰਦ ਜੀ ਕਿਸ ਗੱਲ ਉੱਪਰ ਮਾਣ ਕਰਦੇ ਸਨ। ਸਵਾਮੀ ਵਿਵੇਕਾਨੰਦ ਜੀ ਆਪਣੇ ਹਿੰਦੁਸਤਾਨੀ ਹੋਣ ਦੀ ਗੱਲ ਉੱਪਰ ਬਹੁਤ ਮਾਣ ਕਰਨ ਲਈ ਕਹਿੰਦੇ ਸਨ। ਉਹ ਕਹਿੰਦੇ ਸਨ ਕਿ ਮਾਣ ਨਾਲ ਕਹੋ ਮੈਂ ਹਿੰਦੁਸਤਾਨੀ ਹਾਂ ਤੇ ਹਰ ਹਿੰਦੁਸਤਾਨੀ ਮੇਰਾ ਭਰਾ ਹੈ। ਉਸ ਤੋਂ ਬਾਅਦ ਹੈ ਖਾਲਿਸਤਾਨ। ਡੈਸ਼ ਨਾਲ ਕੋਈ ਵੱਡਾ ਕੰਮ ਨਹੀਂ ਹੋ ਸਕਦਾ। ਧੋਖੇ। ਮੈਂ ਪੂਜਾ ਪਾਠ ਕਰਨ ਨਾਲੋਂ ਵੀ ਵਧੇਰੇ ਡੈਸ਼ ਖੇਡਣਾ ਪਸੰਦ ਕਰਾਂਗਾ, ਫੁੱਟਬਾਲ। ਅੱਗੇ ਹੈ ਵੱਡੇ ਕੰਮ ਕੇਵਲ ਡੈਸ਼ ਨਾਲ ਹੀ ਕੀਤੇ ਜਾ ਸਕਦੇ ਹਨ, ਕੁਰਬਾਨੀ। ਤੇ ਇਸ ਗੱਲ ਤੇ ਮਾਣ ਕਰੋ ਕਿ ਤੁਸੀਂ ਡੈਸ਼ ਹੋ, ਹਿੰਦੁਸਤਾਨੀ। ਅਮਰੀਕਾ ਦੇ ਡੈਸ਼ ਅਤੇ ਡੈਸ਼ ਤਾਂ ਸੁਣਨ ਵਾਲੇ ਮੋਹੇ ਗਏ, ਭੈਣੋ ਅਤੇ ਭਰਾਵੋ। ਫਿਰ ਹੈ ਮੁਹਾਵਰੇ ਤੇ ਸ਼ਬਦਾਂ ਤੋਂ ਵਾਕ ਬਣਾਉਣਾ। ਆਰੰਭ। ਗਦਰ ਲਹਿਰ ਦਾ ਆਰੰਭ 1913 ਈਸਵੀ ਨੂੰ ਅਮਰੀਕਾ ਵਿਖੇ ਹੋਇਆ। ਵਿਸ਼ਵਾਸ। ਵਿਸ਼ਵਾਸ ਅੱਗੇ ਜਿੱਤ ਹੈ ਤੇ ਅਵਿਸ਼ਵਾਸ ਅੱਗੇ ਹਾਰ। ਦਰਸ਼ਨ। ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਕਰਕੇ ਲੋਕਾਂ ਵਿੱਚ ਆਤਮਿਕ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ। ਅੱਗੇ ਹੈ ਭੇਂਟ। 1980 ਈਸਵੀ ਵਿੱਚ ਨਰਿੰਦਰ ਨਾਥ ਦੀ ਭੇਂਟ ਸਵਾਮੀ ਪਰਮਹੰਸ ਨਾਲ ਹੋਈ। ਤਿਆਗੀ। ਮਹਾਤਮਾ ਬੁੱਧ ਰਾਜ ਮਹਿਲਾਂ ਦਾ ਸੁੱਖ ਤਿਆਗ ਕੇ ਬਹੁਤ ਮਹਾਨ ਤਿਆਗੀ ਬਣ ਗਏ।
ਉਸ ਤੋਂ ਬਾਅਦ ਸਫਲਤਾ ਮਿਹਨਤ ਸਫਲਤਾ ਦੀ ਕੁੰਜੀ ਹੈ। ਕੁੰਜੀ ਮਤਲਬ ਚਾਬੀ ਹੈ। ਜਿੰਨੀ ਜ਼ਿਆਦਾ ਅਸੀਂ ਮਿਹਨਤ ਕਰਾਂਗੇ ਉਨੀ ਹੀ ਜ਼ਿਆਦਾ ਸਾਨੂੰ ਸਫਲਤਾ ਮਿਲੇਗੀ। ਇਸ ਦੇ ਨਾਲ ਹੀ ਸਾਡੀ ਇਹ ਵੀਡੀਓ ਅੱਜ ਇੱਥੇ ਹੀ ਸਮਾਪਤ ਹੁੰਦੀ ਹੈ। ਛੇਤੀ ਹੀ ਅਸੀਂ ਆਪਣੀ ਨਵੀਂ ਵੀਡੀਓ ਨਾਲ ਮਿਲਾਂਗੇ, ਜਿਹੜੀ ਕਿ 8ਵੀਂ ਜਮਾਤ ਦੇ ਉਡਾਨ ਪੁਸਤਕ ਦਾ ਆਖਰੀ ਚੈਪਟਰ ਵੀ ਹੋਵੇਗੀ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ। ਰੱਬ ਰਾਖਾ।